ਅੱਜ ਦੀ ਇਹ ਸੱਚੀ ਕਹਾਣੀ ਸੁਣ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ। ਇੱਥੇ 13 ਸਾਲ ਦੀ ਬੱਚੀ ਨੂੰ ਵੀ ਨਹੀਂ ਬਖਸ਼ਿਆ ਜਾਂਦਾ। ਮਰਦ, ਔਰਤਾਂ, ਬੱਚੇ ਕੋਈ ਵੀ ਹੋਣ ਜਾਂ ਫਿਰ ਉਹਨਾਂ ਦੀ ਕੋਈ ਵੀ ਉਮਰ ਹੋਵੇ, ਉਸ ਨਾਲ ਕਿਵੇਂ ਹਵਸ ਦੇ ਸ਼ਿਕਾਰੀ ਜ਼ੁਲਮ ਕਰਦੇ ਹਨ। ਉਹ ਆਪਣੀ ਪਿਆਸ ਬੁਝਾਉਣ ਲਈ ਬੱਚਿਆਂ ਤੱਕ ਨੂੰ ਵੀ ਨਹੀਂ ਛੱਡਦੇ। ਮੇਰੀ 13 ਸਾਲ ਦੀ ਕੁੜੀ ਦਾ ਪੇਟ ਫੁੱਲਣ ਲੱਗ ਪਿਆ ਅਤੇ ਮੈਂ ਦੇਖ ਕੇ ਡਰ ਗਈ ਕਿ ਪਤਾ ਨਹੀਂ ਇਹ ਕੀ ਹੋ ਰਿਹਾ। ਮੇਰੀ ਨੂੰਹ ਕਹਿਣ ਲੱਗੀ, ਮੰਮੀ ਜੀ ਆਪਾਂ ਇਸ ਦਾ ਚੈੱਕਅਪ ਕਰਵਾਉਂਦੇ ਹਾਂ। ਮੈਂ ਦਿਲ ਹੀ ਦਿਲ ਵਿੱਚ ਰੱਬ ਨੂੰ ਅਰਦਾਸ ਕਰ ਰਹੀ ਸੀ ਕਿ ਅਜਿਹਾ ਨਾ ਹੋਵੇ। ਮੈਂ ਅਤੇ ਮੇਰੀ ਨੂੰਹ ਡਾਕਟਰ ਕੋਲ ਗਏ ਤਾਂ ਡਾਕਟਰ ਨੇ ਦੇਖਦੇ ਹੀ ਬੋਲ ਦਿੱਤਾ ਕਿ ਤੁਹਾਡੀ ਕੁੜੀ ਪ੍ਰੈਗਨੈਂਟ ਹੈ। ਇਸ ਨੂੰ ਤਕਰੀਬਨ 5 ਮਹੀਨੇ ਹੋ ਚੁੱਕੇ ਹਨ। ਇਹ ਸੁਣਦੇ ਹੀ ਮੈਂ ਸੁੰਨ ਹੋ ਗਈ। ਮੇਰਾ ਦਿਲ ਘਬਰਾ ਗਿਆ। ਮੈਂ ਰਾਵੀ ਵੱਲ ਦੇਖਿਆ। ਉਸ ਨੂੰ ਦੇਖ ਕੇ ਅਜਿਹਾ ਕੁਝ ਨਹੀਂ ਲੱਗ ਰਿਹਾ ਸੀ ਕਿ ਕਿਸੇ ਨੇ ਉਸ ਨਾਲ ਗਲਤ ਕੀਤਾ ਹੋਵੇ। ਹੁਣ ਮੈਂ ਆਪਣੀ ਧੀ ਨੂੰ ਸਾਰਿਆਂ ਤੋਂ ਲੁਕੋ ਕੇ ਰੱਖਦੀ ਸੀ, ਕਿਉਂਕਿ ਜੇਕਰ ਕਿਸੇ ਨੂੰ ਪਤਾ ਵੀ ਲੱਗ ਜਾਂਦਾ ਤਾਂ ਸਾਡਾ ਸਭ ਦਾ ਜਿਉਣਾ ਔਖਾ ਹੋ ਜਾਂਦਾ। ਮੈਂ ਆਪਣੀ ਨੂੰਹ ਨੂੰ ਵੀ ਕਿਹਾ ਸੀ ਕਿ ਉਹ ਇਹ ਗੱਲ ਆਪਣੇ ਪਤੀ ਨੂੰ ਵੀ ਨਾ ਦੱਸੇ। ਆਪਾਂ ਜਲਦੀ ਇਸ ਦਾ ਕੋਈ ਨਾ ਕੋਈ ਹੱਲ ਕੱਢ ਲਵਾਂਗੇ, ਕਿਉਂਕਿ ਇਸ ਤਰ੍ਹਾਂ ਤਾਂ ਗੁਜ਼ਾਰਾ ਨਹੀਂ ਹੋ ਸਕਦਾ। ਮੇਰੀ ਨੂੰਹ ਮੇਰੀ ਗੱਲ ਸਮਝ ਚੁੱਕੀ ਸੀ। ਹੁਣੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਉਹ ਰਾਵੀ ਦੀ ਇਹ ਗੱਲ ਕਿਸੇ ਨੂੰ ਨਹੀਂ ਦੱਸੇਗੀ। ਮੈਨੂੰ ਆਪਣੀ ਬੱਚੀ ਲਈ ਹਰ ਵੇਲੇ ਡਰ ਜਿਹਾ ਲੱਗਿਆ ਰਹਿੰਦਾ ਸੀ। ਇੱਕ ਦਿਨ ਮੈਂ ਆਪਣੀ ਕੁੜੀ ਨੂੰ ਸਟੋਰ ਰੂਮ ਵਿੱਚ ਸਵਾ ਦਿੱਤਾ ਅਤੇ ਮੈਂ ਉਸਦੇ ਕਮਰੇ ਵਿੱਚ ਸੌਂ ਗਈ ਤਾਂ ਜੋ ਪਤਾ ਚੱਲ ਸਕੇ ਕਿ ਕਮਰੇ ਵਿੱਚ ਕੌਣ ਆਉਂਦਾ ਹੈ ਜਾਂ ਫਿਰ ਕਿਸੇ ਨੇ ਬਾਹਰ ਤੋਂ ਹੀ। ਮੈਨੂੰ ਉਸਦੇ ਬੈੱਡ 'ਤੇ ਪਏ ਹੋਏ ਕੁਝ ਸਮਾਂ ਹੋਇਆ ਸੀ ਕਿ ਪੈਰਾਂ ਦੀ ਆਵਾਜ਼ ਸੁਣ ਕੇ ਬੈਠ ਗਈ ਅਤੇ ਦੇਖ ਕੇ ਹੈਰਾਨ ਹੋ ਗਈ। ਇਹ ਤਾਂ ਮੇਰਾ ਨਾਮ ਰੌਸ਼ਨੀ ਹੈ ਅਤੇ ਮੇਰੀ ਉਮਰ 25 ਸਾਲ ਸੀ ਜਦੋਂ ਮੈਂ ਵਿਆਹ ਕੇ ਆਪਣੇ ਸਹੁਰੇ ਘਰ ਆ ਗਈ। ਮੇਰੇ 2 ਬੱਚੇ ਸਨ। ਪਹਿਲਾ ਬੱਚਾ ਤਾਂ ਵਿਆਹ ਤੋਂ 1 ਸਾਲ ਬਾਅਦ ਹੀ ਹੋ ਗਿਆ ਸੀ, ਜੋ ਕਿ ਮੁੰਡਾ ਸੀ, ਪਰ ਮੈਨੂੰ ਕੁੜੀ ਦਾ ਬਹੁਤ ਸ਼ੌਂਕ ਸੀ। ਮੈਂ ਚਾਹੁੰਦੀ ਸੀ ਕਿ ਮੇਰੀ ਵੀ ਧੀ ਹੋਵੇ। ਮੇਰੇ ਪਤੀ ਅਕਸਰ ਕਹਿੰਦੇ ਸਨ ਕਿ ਜੇਕਰ ਸਾਡੇ ਨਸੀਬ ਵਿੱਚ ਪਿਆਰ ਹੋਇਆ ਤਾਂ ਰੱਬ ਜ਼ਰੂਰ ਦੇਵੇਗਾ। ਤੂੰ ਹਰ ਵੇਲੇ ਰੋਂਦੀ ਨਾ ਰਿਹਾ ਕਰ। ਰੱਬ ਦੇ ਫੈਸਲਿਆਂ 'ਤੇ ਯਕੀਨ ਰੱਖਣਾ ਚਾਹੀਦਾ। ਮੇਰੇ ਪਤੀ ਮੈਨੂੰ ਇਸ ਤਰ੍ਹਾਂ ਸਮਝਾਉਂਦੇ ਸੀ ਕਿ ਮੈਂ ਦੂਜੀ ਔਲਾਦ ਲਈ ਬਹੁਤ ਅਰਦਾਸਾਂ ਕੀਤੀਆਂ ਸਨ। ਪਰਮਾਤਮਾ ਨੇ ਮੇਰੀ ਅਰਦਾਸ ਸੁਣ ਲਈ ਅਤੇ ਮੈਂ ਪ੍ਰੈਗਨੈਂਟ ਹੋ ਗਈ। ਇਸ ਵੇਲੇ ਮੇਰਾ ਮੁੰਡਾ 15 ਸਾਲਾਂ ਦਾ ਸੀ। ਪਹਿਲੇ ਬੱਚੇ ਦੇ ਇੰਨਾ ਵੱਡਾ ਹੋਣ ਕਾਰਨ ਦੂਜੇ ਦੀ ਖੁਸ਼ਖਬਰੀ ਸੁਣਨਾ ਕੁਝ ਅਜੀਬ ਸੀ, ਪਰ ਮੈਂ ਬਹੁਤ ਖੁਸ਼ ਸੀ ਕਿ ਮੇਰੇ ਮੁੰਡੇ ਦੇ ਵੀ ਭੈਣ ਹੋਵੇਗੀ। ਮੇਰੇ 9 ਮਹੀਨੇ ਬੜੇ ਔਖੇ ਗੁਜ਼ਰੇ ਸਨ। ਅਜੇ ਮੇਰਾ ਦੂਜਾ ਮਹੀਨਾ ਹੀ ਸੀ ਕਿ ਘਰ ਵਿੱਚ ਅੱਗ ਲੱਗ ਗਈ ਅਤੇ ਇੱਕ ਵਾਰ ਮੇਰੇ ਪਤੀ ਦਾ ਐਕਸੀਡੈਂਟ ਹੋ ਗਿਆ। ਇਸ ਤਰ੍ਹਾਂ 9 ਦੇ 9 ਮਹੀਨੇ ਕੋਈ ਨਾ ਕੋਈ ਅਪਸ਼ਗਨ ਹੁੰਦਾ ਰਿਹਾ। ਲੋਕਾਂ ਨੇ ਮੇਰੇ ਹੋਣ ਵਾਲੇ ਬੱਚੇ ਨੂੰ ਬਹੁਤ ਸਾਰੇ ਗਲਤ ਨਾਵਾਂ ਨਾਲ ਬੁਲਾਉਣਾ ਸ਼ੁਰੂ ਕਰ ਦਿੱਤਾ ਸੀ, ਪਰ ਮੈਨੂੰ ਆਪਣੇ ਰੱਬ 'ਤੇ ਪੂਰਾ ਭਰੋਸਾ ਸੀ ਕਿ ਇਹ ਤਾਂ ਕਰਮਾਂ ਦੀ ਖੇਡ ਹੈ, ਨਹੀਂ ਤਾਂ ਇਸ ਤਰ੍ਹਾਂ ਕੁਝ ਨਹੀਂ ਹੁੰਦਾ ਅਤੇ ਨਾ ਹੀ ਕੋਈ ਬੱਚਾ ਜਾਂ ਇਨਸਾਨ ਮਾੜਾ ਹੁੰਦਾ। ਮੇਰੇ 9 ਮਹੀਨੇ ਪੂਰੇ ਹੋ ਚੁੱਕੇ ਸਨ। ਡਿਲੀਵਰੀ ਦਾ ਟਾਈਮ ਨੇੜੇ ਸੀ। ਡਾਕਟਰ ਨੇ ਮੇਰੇ ਪਤੀ ਨੂੰ ਹੌਸਲਾ ਦਿੱਤਾ ਅਤੇ ਆਪਰੇਸ਼ਨ ਥੀਏਟਰ ਵਿੱਚ ਆ ਗਏ। ਉਸ ਸਮੇਂ ਮੇਰੇ ਪਤੀ ਲਈ ਬਹੁਤ ਔਖਾ ਸੀ। ਰੱਬ ਨੇ ਸਾਡੀਆਂ ਅਰਦਾਸਾਂ ਨੂੰ ਬੂਰ ਪਾ ਦਿੱਤਾ ਅਤੇ ਪਰੀਆਂ ਵਰਗੀ ਬੇਟੀ ਮੇਰੀ ਗੋਦੀ ਵਿੱਚ ਪਾ ਦਿੱਤੀ। ਮੇਰੇ ਪੈਰ ਜ਼ਮੀਨ 'ਤੇ ਨਹੀਂ ਲੱਗ ਰਹੇ ਸਨ। ਮੈਂ ਬਹੁਤ ਖੁਸ਼ ਸੀ ਕਿ ਪਰਮਾਤਮਾ ਨੇ ਮੈਨੂੰ ਧੀ ਦੀ ਦਾਤ ਬਖਸ਼ੀ ਹੈ ਤੇ ਮੈਂ ਆਪਣੀ ਕੁੜੀ ਦਾ ਨਾਮ ਰਾਵੀ ਰੱਖਿਆ ਸੀ। ਮੇਰਾ ਬੇਟਾ ਜੋਤ ਆਪਣੀ ਭੈਣ ਦਾ ਬਹੁਤ ਖਿਆਲ ਰੱਖਦਾ ਸੀ, ਪਰ ਜਦੋਂ ਵੀ ਉਹ ਸਕੂਲ ਤੋਂ ਆਉਂਦਾ ਤਾਂ ਅਕਸਰ ਗੁੰਮਸੁੰਮ ਰਹਿੰਦਾ। ਮੈਂ ਕਈ ਵਾਰ ਉਸ ਤੋਂ ਪੁੱਛਿਆ ਕਿ ਬੇਟਾ ਕੀ ਗੱਲ ਹੈ। ਉਸਨੇ ਕਿਹਾ ਕਿ ਸਕੂਲ ਦੇ ਬੱਚੇ ਮੈਨੂੰ ਚਿੜਾਉਂਦੇ ਹਨ ਕਿ ਤੂੰ 15 ਸਾਲਾਂ ਦਾ ਹੋ ਚੁੱਕਿਆ ਅਤੇ ਤੇਰੇ ਮਾਂ-ਬਾਪ ਨੇ ਹੁਣ ਬੇਟੀ ਪੈਦਾ ਕੀਤੀ। ਅਸੀਂ ਅਜਿਹੀਆਂ ਗੱਲਾਂ ਤੋਂ ਬੱਚਿਆਂ ਨੂੰ ਝਿੜਕ ਕੇ ਚੁੱਪ ਕਰਾ ਦਿੰਦੇ ਹਾਂ, ਪਰ ਬੱਚੇ ਸਭ ਸਮਝਦੇ ਹਨ। ਸਾਡਾ ਜ਼ਮਾਨਾ ਹੋਰ ਸੀ। ਅੱਜ ਕੱਲ੍ਹ ਦੇ ਬੱਚਿਆਂ ਦੇ ਆਪਣੇ ਮਸਲੇ ਇੰਨੇ ਹਨ ਕਿ ਉਹ ਅਕਸਰ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਜਦੋਂ ਜੋਤ ਨੇ ਇਹ ਗੱਲ ਮੈਨੂੰ ਦੱਸੀ
ਤਾਂ ਇੱਕ ਪਲ ਲਈ ਮੈਂ ਸੋਚਾਂ ਵਿੱਚ ਪੈ ਗਈ ਤੇ ਆਪਣੇ ਬੇਟੇ ਨੂੰ ਦੱਸਣ ਲਈ ਮੇਰੇ ਕੋਲ ਕੁਝ ਨਹੀਂ ਸੀ। ਇਹ ਸੋਚ ਕੇ ਮੈਂ ਉਸ ਕੋਲ ਬੈਠ ਗਈ ਅਤੇ ਮੈਂ ਉਸ ਨੂੰ ਦੱਸਿਆ ਕਿ ਬੇਟਾ, ਇਹ ਤਾਂ ਰੱਬ ਦੀ ਦੇਣ ਹੈ ਅਤੇ ਤੈਨੂੰ ਖੁਸ਼ ਹੋਣਾ ਚਾਹੀਦਾ ਕਿ ਤੇਰੇ ਇੱਕ ਭੈਣ ਆਈ ਆ। ਤੂੰ ਉਸ ਨਾਲ ਹਰ ਦੁੱਖ ਸੁੱਖ ਵੰਡ ਸਕਦਾ ਜਦੋਂ ਉਹ ਵੱਡੀ ਹੋਵੇਗੀ। ਮੈਂ ਉਸ ਨੂੰ ਸਮਝਾਇਆ ਕਿ ਜੇਕਰ ਕੱਲ੍ਹ ਨੂੰ ਤੇਰੇ ਪਾਪਾ ਅਤੇ ਮੈਂ ਇਸ ਦੁਨੀਆ ਵਿੱਚ ਨਾ ਰਹੇ ਤਾਂ ਤੂੰ ਇਕੱਲਾ ਹੋਵੇਂਗਾ, ਤੈਨੂੰ ਕੋਈ ਪਰੇਸ਼ਾਨੀ ਹੋਵੇਗੀ ਤਾਂ ਉਸ ਨੂੰ ਲੋਕਾਂ 'ਚ ਵੰਡਦਾ ਫਿਰੇਂਗਾ। ਤਾਂ ਉਸ ਨੇ ਕਿਹਾ, ਨਹੀਂ ਮੰਮੀ। ਤਾਂ ਮੈਂ ਉਸ ਨੂੰ ਦੱਸਿਆ ਕਿ ਬੇਟਾ, ਤੂੰ ਹਰ ਗੱਲ ਆਪਣੀ ਭੈਣ ਨਾਲ ਕਰ ਸਕਦਾ। ਉਹ ਕਿਸੇ ਨੂੰ ਨਹੀਂ ਦੱਸੇਗੀ ਅਤੇ ਉਹ ਤੇਰਾ ਖਿਆਲ ਰੱਖੇਗੀ ਜਿਵੇਂ ਮੈਂ ਰੱਖਦੀ ਹਾਂ। ਭੈਣਾਂ ਲਈ ਭਰਾ ਬਹੁਤ ਪਿਆਰੇ ਹੁੰਦੇ ਹਨ। ਜੋਤ ਸਮਝ ਚੁੱਕਿਆ ਸੀ ਤੇ ਉਸ ਨੂੰ ਮੇਰੀ ਗੱਲ ਸਮਝ ਆ ਚੁੱਕੀ ਸੀ। ਅਸੀਂ ਰਾਵੀ ਨੂੰ ਬਹੁਤ ਪਿਆਰ ਕਰਦੇ ਸੀ। ਉਹ ਦਿਨ ਬ ਦਿਨ ਸੋਹਣੀ ਹੁੰਦੀ ਜਾ ਰਹੀ ਸੀ। ਮੈਂ ਰੋਜ਼ ਉਸ ਦੀ ਨਜ਼ਰ ਉਤਾਰਦੀ। ਇੱਕ ਵਾਰ ਰਾਵੀ 7 ਸਾਲ ਦੀ ਸੀ। ਉਸ ਨੂੰ ਬੁਖਾਰ ਹੋ ਗਿਆ। ਅਸੀਂ ਪਿੰਡ ਅਤੇ ਸ਼ਹਿਰ ਦੇ ਸਾਰੇ ਡਾਕਟਰਾਂ ਕੋਲੋਂ ਇਲਾਜ ਕਰਵਾਇਆ ਪਰ ਆਰਾਮ ਨਹੀਂ ਆਇਆ। ਤੰਗ ਆ ਕੇ ਅਸੀਂ ਇੱਕ ਔਰਤ ਕੋਲ ਗਏ ਜਿਸ ਦਾ ਅਸੀਂ ਬਹੁਤਾ ਨਾਮ ਸੁਣਿਆ ਸੀ। ਉਹ ਬੱਚਿਆਂ ਨੂੰ ਤੰਤਰ ਮੰਤਰ ਪੜ੍ਹ ਕੇ ਫੂਕ ਮਾਰਦੀ ਸੀ। ਉਹ ਮੇਰੀ ਬੱਚੀ ਨੂੰ ਦੇਖਦੇ ਹੀ ਕਹਿਣ ਲੱਗੀ, ਧੀਏ, ਤੂੰ ਇਸ ਦਾ ਚਿਹਰਾ ਲੁਕੋ ਕੇ ਰੱਖਿਆ ਕਰ। ਕਿਸੇ ਦਿਨ ਇਹ ਤੇਰੀ ਬੱਚੀ ਕਿਸੇ ਆਪਣੇ ਦੇ ਹੱਥੋਂ ਤਬਾਹ ਹੋ ਜਾਵੇਗੀ। ਇਹ ਤੇਰਾ ਮੂੰਹ ਕਾਲਾ ਕਰ ਦੇਵੇਗੀ। ਮੇਰੇ ਪਤੀ ਵੀ ਉਸ ਵੇਲੇ ਨਾਲ ਹੀ ਸਨ। ਉਹ ਸਾਨੂੰ ਦੋਹਾਂ ਨੂੰ ਲੈ ਕੇ ਫੌਰਨ ਘਰ ਆ ਗਏ ਅਤੇ ਮੈਨੂੰ ਬਹੁਤ ਝਿੜਕਿਆ ਕਿ ਕਿਹੋ ਜਿਹੇ ਲੋਕਾਂ ਕੋਲ ਉਹਨਾਂ ਦੀ ਬੇਟੀ ਨੂੰ ਲੈ ਕੇ ਜਾ ਰਹੀ ਹਾਂ। ਉਸ ਔਰਤ ਦੀ ਗੱਲ ਸੁਣ ਕੇ ਮੈਂ ਡਰ ਗਈ ਸੀ। ਮੈਨੂੰ ਆਪਣੀ ਬੱਚੀ ਦੀ ਕਿਸਮਤ ਤੋਂ ਡਰ ਲੱਗਣ ਲੱਗ ਗਿਆ। ਉਸ ਦੇ ਸਕੂਲ ਜਾਣ ਦੇ ਦਿਨ ਸਨ। ਉਸ ਔਰਤ ਦੀ ਗੱਲ ਸੁਣ ਕੇ ਮੈਂ ਸਕੂਲ ਨਹੀਂ ਜਾਣ ਦਿੱਤਾ ਅਤੇ ਘਰ ਬਿਠਾ ਲਿਆ। ਮੇਰੇ ਪਤੀ ਨੇ ਇਸ ਗੱਲ 'ਤੇ ਬਹੁਤ ਰੌਲਾ ਪਾਇਆ ਪਰ ਮੈਂ ਆਪਣੀ ਗੱਲ 'ਤੇ ਰਹੀ। ਰਾਵੀ ਸਮਝਦਾਰ ਹੋ ਚੁੱਕੀ ਸੀ। ਉਸ ਦੀ ਉਮਰ 9 ਸਾਲ ਸੀ। ਉਹ ਅਕਸਰ ਘਰ ਤੋਂ ਬਾਹਰ ਖੇਡਣ ਜਾਂਦੀ ਅਤੇ ਘਰ ਆ ਕੇ ਬਹੁਤ ਰੋਂਦੀ। ਬੱਚੇ ਉਸ ਦਾ ਮਜ਼ਾਕ ਉਡਾਉਂਦੇ ਹਨ। ਉਹ ਅਨਪੜ੍ਹ ਹੈ। ਮੈਂ ਆਪਣੀ ਬੱਚੀ ਦਾ ਦੁੱਖ ਸਮਝਦੀ ਸੀ ਪਰ ਇੱਕ ਮਾਂ ਹੋਣ ਦੇ ਨਾਤੇ ਮੈਂ ਕੀ ਕਰ ਸਕਦੀ ਸੀ। ਜੋਤ ਨੇ ਵੀ ਕਿਹਾ ਮੈਂ ਆਪਣੀ ਭੈਣ ਨੂੰ ਆਪ ਸਕੂਲ ਛੱਡ ਕੇ ਆਇਆ ਕਰਾਂਗਾ ਤੇ ਲੈ ਕੇ ਵੀ ਆਵਾਂਗਾ ਪਰ ਮੈਂ ਨਾ ਮੰਨੀ। ਜੋਤ 14 ਸਾਲ ਦਾ ਹੋ ਚੁੱਕਿਆ ਸੀ। ਉਸਨੇ BA ਤੱਕ ਪੜ੍ਹਾਈ ਕਰ ਲਈ ਸੀ ਅਤੇ ਸ਼ਹਿਰ ਦੇ ਕਿਸੇ ਵੱਡੇ ਆਫਿਸ ਵਿੱਚ ਕੰਮ ਕਰਦਾ ਸੀ। ਕਈ ਵਾਰ ਉਸ ਦੇ ਲਈ ਰਿਸ਼ਤੇ ਆ ਚੁੱਕੇ ਸਨ ਪਰ ਮੈਨੂੰ ਅਜੇ ਵੀ ਉਹ ਛੋਟਾ ਜਿਹਾ ਜੋਤ ਹੀ ਲੱਗਦਾ ਸੀ। ਮੈਨੂੰ ਕਈ ਵਾਰ ਰਿਸ਼ਤੇਦਾਰਾਂ ਨੇ ਵੀ ਕਿਹਾ, ਬੇਟੇ ਦਾ ਵਿਆਹ ਛੇਤੀ ਕਰ ਦਿਓ, ਨਹੀਂ ਤਾਂ ਕਿਤੇ ਅਜਿਹਾ ਨਾ ਹੋਵੇ ਕਿ ਉਹ ਬਿਨਾਂ ਦੱਸੇ ਵਿਆਹ ਕਰਵਾ ਲਵੇ। ਇਹ ਗੱਲ ਸੁਣ ਕੇ ਮੈਂ ਡਰ ਗਈ। ਮੈਂ ਉਸ ਲਈ ਰਿਸ਼ਤੇ ਲੱਭਣੇ ਸ਼ੁਰੂ ਕਰ ਦਿੱਤੇ। ਜਦੋਂ ਜੋਤ ਨੂੰ ਪਤਾ ਲੱਗਿਆ, ਉਸਨੇ ਕਿਹਾ ਕਿ ਤੁਸੀਂ ਜਿੱਥੇ ਕਹੋਗੇ ਵਿਆਹ ਕਰਵਾ ਲਵਾਂਗਾ। ਮੇਰੇ ਪਤੀ ਦੀ ਸਿਹਤ ਖਰਾਬ ਰਹਿਣ ਲੱਗੀ ਸੀ। ਉਹਨਾਂ ਨੇ ਬੇਟੇ ਦਾ ਰਿਸ਼ਤਾ ਨੇੜੇ ਦੇ ਪਿੰਡ ਵਿੱਚ ਤੈਅ ਕਰ ਦਿੱਤਾ। ਕੁੜੀ ਪੜ੍ਹੀ ਲਿਖੀ ਨਹੀਂ ਸੀ। ਮੈਂ ਜਦੋਂ ਮਨਾ ਕੀਤਾ ਤਾਂ ਉਹਨਾਂ ਨੇ ਕਿਹਾ, ਮੈਂ ਹੁਣ ਜਵਾਨ ਦੇ ਚੁੱਕਿਆ ਅਤੇ ਚੰਗੀ ਕੁੜੀ ਹੈ, ਸਾਡੀ ਸੇਵਾ ਕਰੇਗੀ ਅਤੇ ਜੋਤ ਨੂੰ ਵੀ ਖੁਸ਼ ਰੱਖੇਗੀ। ਤੈਨੂੰ ਕਿਸ ਗੱਲ ਦਾ ਡਰ ਹੈ? ਰਾਵੀ ਵੀ ਆਪਣੇ ਭਰਾ ਦਾ ਵਿਆਹ ਸੁਣ ਕੇ ਖੁਸ਼ ਸੀ। ਉਸ ਵੇਲੇ ਉਹ 9 ਸਾਲ ਦੀ ਸੀ ਜਦੋਂ ਅਸੀਂ ਉਸ ਦਾ ਵਿਆਹ ਕਰ ਦਿੱਤਾ ਅਤੇ ਕੋਮਲ ਨੂੰ ਘਰ ਲੈ ਆਏ। ਵਿਆਹ ਦੇ 3 ਮਹੀਨਿਆਂ ਵਿੱਚ ਹੀ ਉਹ ਸਾਡਾ ਸਭ ਦਾ ਦਿਲ ਜਿੱਤ ਚੁੱਕੀ ਸੀ। ਮੈਂ ਤਾਂ ਉਸ ਨੂੰ ਦੁਆਵਾਂ ਦਿੰਦੀ ਨਾ ਥੱਕਦੀ। ਰੱਬ ਨੇ ਸਾਨੂੰ ਇੰਨੀ ਚੰਗੀ ਨੂੰਹ ਦਿੱਤੀ। ਰਾਵੀ ਵੀ ਭਾਬੀ ਭਾਬੀ ਕਰਦੀ ਰਹਿੰਦੀ। ਕੋਮਲ ਦੇ ਆਉਣ ਤੋਂ ਬਾਅਦ ਜੋਤ ਵੀ ਰਾਵੀ ਨੂੰ ਜ਼ਿਆਦਾ ਸਮਾਂ ਦਿੰਦਾ ਸੀ ਜਿਵੇਂ ਵਿਆਹ ਤੋਂ ਪਹਿਲਾਂ ਦਿੰਦਾ ਹੁੰਦਾ ਸੀ। ਕੋਮਲ ਇਸ ਗੱਲ ਦੀ ਨਾਰਾਜ਼ਗੀ ਜ਼ਾਹਿਰ ਤਾਂ ਨਹੀਂ ਕਰਦੀ ਸੀ ਪਰ ਇਹ ਗੱਲ ਉਸ ਦੇ ਚਿਹਰੇ ਤੋਂ ਪੜ੍ਹ ਚੁੱਕੀ ਸੀ। ਮੈਂ ਜੋਤ ਨੂੰ ਇਹ ਗੱਲ ਸਮਝਾਈ ਕਿ ਬੇਟਾ, ਇਸ ਗੱਲ ਦਾ ਖਿਆਲ ਰੱਖਿਆ ਕਰ, ਪਤਨੀ ਅਤੇ ਭੈਣ ਨੂੰ ਬਰਾਬਰ ਸਮਾਂ ਦਿਆ ਕਰ। ਬੇਟੇ ਦੇ ਵਿਆਹ ਨੂੰ 8 ਮਹੀਨੇ ਹੋ ਚੁੱਕੇ ਸਨ ਪਰ ਮੈਂ ਨੋਟ ਕੀਤਾ ਕਿ ਮੇਰੀ ਨੂੰਹ ਦਾ ਪੇਕੇ ਆਉਣਾ ਜਾਣਾ ਬਹੁਤ ਸੀ। ਉਹ ਹਫ਼ਤੇ ਵਿੱਚ 2 ਵਾਰ ਆਪਣੇ ਪੇਕੇ ਘਰ ਚੱਕਰ ਲਗਾਉਂਦੀ ਸੀ ਜੋ ਮੈਨੂੰ ਬਿਲਕੁਲ ਪਸੰਦ ਨਹੀਂ ਸੀ। ਮੈਂ ਉਸ ਨੂੰ ਮਨਾ ਕੀਤਾ ਤਾਂ ਉਸਨੇ ਕਿਹਾ, ਮੰਮੀ ਜੀ, ਨੇੜੇ ਦੇ ਪਿੰਡ ਵਿੱਚ ਵਿਆਹ ਕਰਵਾਉਣ ਦਾ ਇਹੀ ਫਾਇਦਾ
ਜਦੋਂ ਅਸੀਂ ਆਪਣੇ ਮਰਜ਼ੀ ਮਾਂ-ਬਾਪ ਨੂੰ ਮਿਲਣ ਚਲੇ ਜਾਈਏ। ਇੱਕ ਦਿਨ ਮੁਹੱਲੇ ਵਿੱਚ ਕਿਸੇ ਦੇ ਘਰ ਬੱਚੇ ਦੇ ਜਨਮ ਦਿਨ ਦੀ ਪਾਰਟੀ ਸੀ ਤਾਂ ਮੈਂ ਉੱਥੇ ਚਲੀ ਗਈ। ਇੱਕ ਗਲੀ ਦੀ ਔਰਤ ਨੇ ਕਿਹਾ, ਰੌਸ਼ਨੀ, ਤੇਰੀ ਨੂੰਹ ਪਿੰਡ ਦੇ ਨੰਬਰਦਾਰ ਦੇ ਘਰ ਕਿਉਂ ਜਾਂਦੀ ਆ? ਤੈਨੂੰ ਪਤਾ ਨਹੀਂ ਲੋਕ ਕਿੰਨੇ ਖਤਰਨਾਕ ਆ? ਪੂਰੇ ਪਿੰਡ ਵਿੱਚ ਉਹਨਾਂ ਦੀ ਦਹਿਸ਼ਤ ਆ, ਤੂੰ ਉਸ ਨੂੰ ਮਨਾ ਕਿਉਂ ਨਹੀਂ ਕਰਦੀ? ਇਹ ਗੱਲ ਸੁਣ ਕੇ ਮੈਂ ਸੋਚੀ ਪੈ ਗਈ ਕਿ ਨੂੰਹ ਨੇ ਤਾਂ ਕਦੇ ਵੀ ਨੰਬਰਦਾਰਾਂ ਦੇ ਘਰੇ ਜਾਣ ਦਾ ਜ਼ਿਕਰ ਮੇਰੇ ਸਾਹਮਣੇ ਨਹੀਂ ਕੀਤਾ ਸੀ। ਘਰ ਆ ਕੇ ਵੀ ਮੈਂ ਇਹ ਗੱਲ ਸੋਚਦੀ ਰਹੀ ਕਿ ਉਹਨਾਂ ਦਿਨਾਂ ਵਿੱਚ ਰਾਵੀ ਵੀ ਚੁੱਪ-ਚੁੱਪ ਰਹਿਣ ਲੱਗੀ ਸੀ। ਉਸ ਦਾ ਰੰਗ ਪੀਲਾ ਪੈਣ ਲੱਗਿਆ ਸੀ। ਆਪਣੀ ਧੀ ਨੂੰ ਇਸ ਤਰ੍ਹਾਂ ਦੇਖ ਕੇ ਮੈਂ ਪਰੇਸ਼ਾਨ ਸੀ ਅਤੇ ਜਦੋਂ ਮੈਂ ਡਾਕਟਰ ਕੋਲ ਜਾਣਾ ਚਾਹੁੰਦੀ ਸੀ ਤਾਂ ਨੂੰਹ ਨੇ ਮੈਨੂੰ ਰੋਕ ਦਿੱਤਾ। ਮੰਮੀ ਜੀ, ਖਾਣ ਪੀਣ ਦੀ ਕਮੀ ਆ। 6-7 ਦਿਨ ਆਪਣੀ ਨਨਾਣ ਨੂੰ ਵਧੀਆ ਖਾਣਾ ਬਣਾ ਕੇ ਖਵਾਵਾਂਗੀ ਤਾਂ ਦੇਖਿਓ ਕਿਵੇਂ ਠੀਕ ਹੁੰਦੀ। ਮੈਂ ਉਹਦੀ ਗੱਲ ਸੁਣ ਕੇ ਸੰਤੁਸ਼ਟ ਹੋ ਗਈ। ਰਾਵੀ ਨੂੰ ਨੂੰਹ ਪਿਛਲੇ 7 ਦਿਨਾਂ ਤੋਂ ਤਾਕਤ ਦੀਆਂ ਚੀਜ਼ਾਂ ਖਿਲਾ ਰਹੀ ਸੀ, ਪਰ ਉਹ ਵੀ ਦਿਨ ਬ ਦਿਨ ਕੰਢਾ ਹੁੰਦੀ ਜਾ ਰਹੀ ਸੀ। ਮੇਰੀ ਨੂੰਹ ਉਸ ਨੂੰ ਆਪਣੇ ਘਰ ਲੈ ਗਈ। ਮੈਂ ਉਸ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ। ਰਾਵੀ ਬਹੁਤ ਸੋਹਣੀ ਸੀ, ਪਰ ਹੁਣ ਉਸ ਨੂੰ ਦੇਖ ਕੇ ਕੋਈ ਵੀ ਨਹੀਂ ਕਹਿ ਸਕਦਾ ਸੀ ਕਿ ਇਹ ਪਹਿਲਾਂ ਵਾਲੀ ਰਾਵੀ ਆ। ਦਿਨ ਲੰਘਦੇ ਜਾ ਰਹੇ ਸੀ, ਪਰ ਉਸ ਦੀ ਸਿਹਤ ਨੂੰ ਕੋਈ ਫਰਕ ਨਾ ਆਇਆ। ਮੈਂ ਆਪਣੇ ਪਤੀ ਨੂੰ ਦੱਸਿਆ ਤਾਂ ਉਹਨਾਂ ਨੇ ਕਿਹਾ, ਸ਼ਹਿਰ ਲੈ ਚੱਲਦੇ ਆਂ, ਜਿਸ ਦਿਨ ਜੋਤ ਆ ਜਾਵੇਗਾ। ਹੁਣ ਬਹੁਤ ਉਦਾਸ ਰਹਿਣ ਲੱਗੀ। ਜੇ ਉਸ ਨੂੰ ਕੋਈ ਗੱਲ ਕਹਿੰਦੇ ਤਾਂ ਉਹ ਸੁੰਨਿਆਂ ਵਾਂਗ ਬੈਠੀ ਰਹਿੰਦੀ। ਮੈਂ ਕਈ ਵਾਰ ਦੇਖਿਆ ਮੇਰੀ ਨੂੰਹ ਉਸ ਨੂੰ ਸਟੋਰ ਰੂਮ ਵਿੱਚ ਲੈ ਜਾਂਦੀ ਅਤੇ ਬਹੁਤ ਦੇਰ ਬਾਅਦ ਉੱਥੋਂ ਨਿਕਲਦੀ। ਇੱਕ ਦਿਨ ਮੈਂ ਉਸ ਨੂੰ ਪੁੱਛਿਆ ਤਾਂ ਕਹਿਣ ਲੱਗੀ, ਮੰਮੀ ਜੀ, ਮੈਂ ਤਾਂ ਧਿਆਨ ਬਟਾਉਣ ਲਈ ਇਸ ਨੂੰ ਪੁਰਾਣੀਆਂ ਚੀਜ਼ਾਂ ਦਿਖਾਉਂਦੀ ਆ। ਮੇਰਾ ਦਿਲ ਹਰ ਵੇਲੇ ਘਬਰਾਉਂਦਾ ਰਹਿੰਦਾ। ਰਾਵੀ ਦਾ ਢਿੱਡ ਵੀ ਵੱਡਾ ਹੁੰਦਾ ਜਾ ਰਿਹਾ ਸੀ। ਵੇਖਣ ਵਾਲਿਆਂ ਨੂੰ ਲੱਗਦਾ ਸੀ ਜਿਵੇਂ ਉਹ ਪ੍ਰੈਗਨੈਂਟ ਹੋ ਚੁੱਕੀ ਆ। ਮੈਂ ਆਪਣੀ ਨੂੰਹ ਨੂੰ ਕਿਹਾ, ਤੂੰ ਰਾਵੀ ਨੂੰ ਅਕਸਰ ਆਪਣੇ ਘਰ ਲੈ ਕੇ ਜਾਂਦੀ ਆ, ਕੀ ਕੁਝ ਉੱਥੇ ਹੋਇਆ ਏ? ਉਸ ਨੇ ਕਿਹਾ, ਤੁਸੀਂ ਮੇਰੇ ਤੇ ਇਲਜ਼ਾਮ ਲਗਾ ਰਹੇ ਹੋ। ਜਦੋਂ ਤੋਂ ਮੈਂ ਇਸ ਘਰ ਵਿੱਚ ਆਈ ਆ, ਉਸ ਨੂੰ ਆਪਣੀ ਭੈਣ ਸਮਝਿਆ। ਮੈਂ ਆਪਣੀ ਨੂੰਹ ਨੂੰ ਇਹ ਗੱਲ ਕਿਸੇ ਨੂੰ ਵੀ ਦੱਸਣ ਤੋਂ ਮਨ੍ਹਾ ਕੀਤਾ। ਰਾਵੀ ਨੂੰ ਕੁਝ ਕਹਿੰਦੀ ਤਾਂ ਉਹ ਕੋਈ ਜਵਾਬ ਨਾ ਦਿੰਦੀ। ਜੇਕਰ ਇਹ ਗੱਲ ਬਾਹਰ ਚਲੀ ਜਾਂਦੀ ਤਾਂ ਸਾਡੀ ਇੱਜ਼ਤ ਦੀਆਂ ਧੱਜੀਆਂ ਉੱਡ ਜਾਂਦੀਆਂ। ਮੇਰੇ ਪਤੀ ਮੈਨੂੰ ਜਿਉਂਦੀ ਨੂੰ ਜ਼ਮੀਨ ਵਿੱਚ ਗੱਡ ਦਿੰਦੇ ਕਿ ਮੇਰੀ ਲਾਪਰਵਾਹੀ ਨਾਲ ਹੀ ਇਹ ਸਭ ਕੁਝ ਹੋਇਆ ਅਤੇ ਉਸ ਨੂੰ ਰਾਤ ਨੂੰ ਲੁਕੋ ਕੇ ਡਾਕਟਰ ਕੋਲ ਲੈ ਗਈਆਂ। ਡਾਕਟਰ ਨੇ ਦੇਖਦੇ ਹੀ ਕਹਿ ਦਿੱਤਾ ਕਿ ਤੁਹਾਡੀ ਬੇਟੀ ਪ੍ਰੈਗਨੈਂਟ ਆ ਅਤੇ ਇਹ 1 ਅੱਧੇ ਮਹੀਨੇ ਵਿੱਚ ਬੱਚੇ ਨੂੰ ਜਨਮ ਦੇਣ ਵਾਲੀ ਆ। ਡਾਕਟਰ ਨੂੰ ਕਿਹਾ, ਤੁਸੀਂ ਇੱਕ ਵਾਰ ਟੈਸਟ ਤਾਂ ਕਰਕੇ ਦੇਖ ਲਓ। ਤਾਂ ਉਹ ਗੁੱਸੇ ਵਿੱਚ ਆ ਕੇ ਬੋਲੀ, ਤੁਹਾਨੂੰ ਮੇਰੀ ਗੱਲ 'ਤੇ ਯਕੀਨ ਨਹੀਂ? ਤੁਸੀਂ ਡਾਕਟਰ ਹੋ ਜਾਂ ਮੈਂ? ਤੁਹਾਡੀ ਬੱਚੀ ਪ੍ਰੈਗਨੈਂਟ ਆ। ਪਹਿਲਾਂ ਧਿਆਨ ਨਹੀਂ ਦਿੰਦੇ, ਜਦੋਂ ਔਲਾਦ ਅਜਿਹਾ ਚੰਦ ਚੜ੍ਹਾ ਦਿੰਦੀ ਤਾਂ ਫਿਰ ਡਾਕਟਰ ਨੂੰ ਝੂਠਾ ਕਹਿੰਦੇ। ਡਾਕਟਰ ਇਹ ਗੱਲ ਕਹਿ ਕੇ ਚਲੀ ਗਈ। ਰਾਵੀ ਨੂੰ ਮੈਂ ਅਤੇ ਨੂੰਹ ਘਰ ਲੈ ਆਈਆਂ। ਉਸ ਤੋਂ ਬਾਅਦ ਉਹ ਜ਼ਿਆਦਾਤਰ ਕਮਰੇ ਵਿੱਚ ਹੀ ਰਹਿੰਦੀ। ਜੋਤ ਅਤੇ ਉਸਦੇ ਪਾਪਾ ਜਦੋਂ ਵੀ ਰਾਵੀ ਬਾਰੇ ਪੁੱਛਦੇ ਤਾਂ ਮੈਂ ਝੂਠ ਬੋਲ ਦਿੰਦੀ ਕਿ ਉਹ ਮਾਸੀ ਦੇ ਘਰ ਰਹਿ ਗਈ ਆ। ਮੇਰੀ ਨੂੰਹ ਬਹੁਤ ਖੁਸ਼ ਸੀ ਕਿਉਂਕਿ ਜੋਤ ਉਸ ਨੂੰ ਸ਼ਹਿਰ ਲੈ ਕੇ ਜਾਣ ਵਾਲਾ ਸੀ। ਜੋਤ ਨੇ ਕਿਹਾ, ਹੁਣ ਇਸ ਤਰ੍ਹਾਂ ਮੇਰਾ ਗੁਜ਼ਾਰਾ ਨਹੀਂ ਹੁੰਦਾ। ਕੋਮਲ ਨੂੰ ਮੈਂ ਸ਼ਹਿਰ ਲੈ ਕੇ ਜਾਵਾਂਗਾ। ਮੈਂ ਰੋ ਰਹੀ ਸੀ ਕਿਉਂਕਿ ਬੇਟਾ ਬਹੂ ਨੂੰ ਲੈ ਕੇ ਜਾ ਰਿਹਾ ਸੀ ਤੇ ਇੱਧਰ ਮੇਰੀ ਬੱਚੀ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਸੀ। ਮੈਂ ਬਹੁਤ ਪਰੇਸ਼ਾਨ ਸੀ। ਇੱਕ ਦਿਨ ਮੈਂ ਸੌਣ ਲਈ ਲੇਟੀ ਤਾਂ ਮੈਨੂੰ ਉਸ ਔਰਤ ਦੀ ਯਾਦ ਆ ਗਈ ਜਿਸ ਤੋਂ ਰਾਵੀ ਨੂੰ ਬੁਖਾਰ ਤੋਂ ਆਰਾਮ ਹੋਇਆ ਸੀ, ਜਿਸ ਨੇ ਮੈਨੂੰ ਕਿਹਾ ਸੀ ਕਿ ਆਪਣੀ ਬੇਟੀ ਨੂੰ ਲੁਕੋ ਕੇ ਰੱਖੀ, ਨਹੀਂ ਤਾਂ ਇਹ ਮੇਰਾ ਮੂੰਹ ਕਾਲਾ ਕਰਵਾਏਗੀ। ਉਸ ਔਰਤ ਦੀ ਗੱਲ ਬਿਲਕੁਲ ਸੱਚ ਸੀ। ਜਿਸ ਔਲਾਦ ਲਈ ਮੈਂ ਇੰਨੀਆਂ ਅਰਦਾਸਾਂ ਕੀਤੀਆਂ, ਉਹੀ ਬੁਢਾਪੇ ਵਿੱਚ ਮੇਰੀ ਬਦਨਾਮੀ ਦਾ ਕਾਰਨ ਬਣ ਗਈ। ਸਵੇਰੇ ਨਾਸ਼ਤਾ ਕਰਨ ਤੋਂ ਬਾਅਦ ਮੈਂ ਝੂਠ ਬੋਲ ਕੇ ਉਸ ਔਰਤ ਕੋਲ ਆ ਗਈ। ਹੋ ਸਕਦਾ ਕਿਸੇ ਤਰ੍ਹਾਂ ਮੇਰੀ ਧੀ ਇਸ ਮੁਸ਼ਕਲ 'ਚੋਂ ਬਾਹਰ ਨਿਕਲ ਜਾਵੇ, ਪਰ ਮੈਨੂੰ ਉਸ ਦੇ ਪਿੰਡ ਆ ਕੇ ਪਤਾ ਲੱਗਿਆ ਕਿ ਉਹ ਤਾਂ ਦੂਜੇ ਪਿੰਡ ਜਾ ਚੁੱਕੀ ਆ।
ਮੈਂ ਘਰ ਵਾਪਸ ਆ ਗਈ ਅਤੇ ਆਪਣੀ ਨੂੰਹ ਨੂੰ ਕਿਹਾ, ਮੈਨੂੰ ਡਾਕਟਰ ਕੋਲ ਲੈ ਚੱਲ, ਉਹ ਹੀ ਮੇਰੀ ਮਦਦ ਕਰੇ। ਮੈਂ ਅਤੇ ਨੂੰਹ ਜਦੋਂ ਡਾਕਟਰ ਕੋਲ ਆਈਆਂ ਤਾਂ ਉਸਨੇ ਮੇਰੀ ਬੇਟੀ ਦਾ ਅਬੋਰਸ਼ਨ ਕਰਨ ਤੋਂ ਸਾਫ਼ ਮਨ੍ਹਾ ਕਰ ਦਿੱਤਾ ਤੇ ਕਿਹਾ, ਇਹ ਗੈਰ ਕਾਨੂੰਨੀ ਕੰਮ ਆ ਅਤੇ ਦੂਜਾ ਇਸ ਵਿੱਚ ਤੁਹਾਡੀ ਬੇਟੀ ਦੀ ਜਾਨ ਨੂੰ ਖਤਰਾ। ਇਹ ਬਹੁਤ ਛੋਟੀ ਆ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿੱਥੇ ਜਾ ਕੇ ਆਪਣੀ ਔਲਾਦ ਦੀਆਂ ਖੁਸ਼ੀਆਂ ਮੰਗਾਂ। ਮੈਂ ਦੁਬਾਰਾ ਫਿਰ ਉਸ ਔਰਤ ਕੋਲ ਗਈ ਅਤੇ ਪਰਮਾਤਮਾ ਦੀ ਕਿਰਪਾ ਨਾਲ ਉਹ ਮੈਨੂੰ ਮਿਲ ਗਈ। ਜਦੋਂ ਮੈਂ ਉਸ ਨੂੰ ਸਾਰੀ ਗੱਲ ਦੱਸੀ ਤਾਂ ਉਸ ਨੇ ਮੈਨੂੰ ਇੱਕ ਦਵਾਈ ਦਿੱਤੀ ਅਤੇ ਕਿਹਾ, ਇਹ ਆਪਣੀ ਕੁੜੀ ਨੂੰ ਪਿਲਾ ਦੇਣਾ ਤੇ ਤੂੰ ਖੁਦ ਉਸ ਦੇ ਬੈੱਡ 'ਤੇ ਸੌਂ ਜਾਈਂ। ਤੈਨੂੰ ਪਤਾ ਚੱਲ ਜਾਵੇਗਾ ਤੇਰੀ ਬੱਚੀ ਕਿਵੇਂ ਪ੍ਰੈਗਨੈਂਟ ਹੋਈ। ਰਾਵੀ ਨੂੰ ਦਵਾਈ ਦਿੱਤੀ ਅਤੇ ਉਸ ਨੂੰ ਨੂੰਹ ਤੋਂ ਲੁਕੋ ਕੇ ਸਟੋਰ ਰੂਮ ਵਿੱਚ ਸੁਲਾ ਦਿੱਤਾ ਅਤੇ ਆਪ ਜਾ ਕੇ ਉਸ ਦੇ ਬੈੱਡ 'ਤੇ ਸੌਂ ਗਈ। ਅੱਧੀ ਰਾਤ ਗੁਜ਼ਰ ਚੁੱਕੀ ਸੀ ਪਰ ਹਾਲੇ ਵੀ ਮੇਰਾ ਧਿਆਨ ਰਾਵੀ ਵੱਲ ਹੀ ਸੀ। ਮੈਨੂੰ ਕਮਰੇ ਵਿੱਚ ਕਿਸੇ ਦੇ ਪੈਰਾਂ ਦੀ ਆਵਾਜ਼ ਸੁਣਾਈ ਦਿੱਤੀ। ਮੈਂ ਸਾਹ ਖਿੱਚ ਕੇ ਸੌਂ ਰਹੀ ਸੀ। ਕੁਝ ਹੀ ਮਿੰਟਾਂ ਵਿੱਚ ਧੂੰਆਂ ਫੈਲਣਾ ਸ਼ੁਰੂ ਹੋ ਗਿਆ। ਮੇਰੇ ਦਿਮਾਗ ਨੂੰ ਚੜ੍ਹ ਗਿਆ ਅਤੇ ਮੈਂ ਉੱਠ ਬੈਠੀ। ਇਸ ਵੇਲੇ ਕਮਰੇ ਵਿੱਚ ਕੌਣ ਹੋ ਸਕਦਾ? ਪਰ ਜਿਵੇਂ ਹੀ ਮੈਂ ਉੱਠੀ ਮੇਰੀ ਰੂਹ ਕੰਬ ਗਈ ਕਿਉਂਕਿ ਉਸ ਵੇਲੇ ਹੋਰ ਕੋਈ ਨਹੀਂ ਬਲਕਿ ਰਾਵੀ ਦੀ ਸਕੀ ਭਾਬੀ ਕੋਮਲ ਸੀ। ਉਹ ਮੈਨੂੰ ਦੇਖ ਕੇ ਡਰ ਗਈ ਅਤੇ ਮੈਂ ਕਮਰੇ ਦੀ ਲਾਈਟ ਜਲਾਈ। ਉਸ ਦੇ ਹੱਥ ਵਿੱਚ ਕੋਈ ਮਿੱਠੀ ਚੀਜ਼ ਸੀ। ਮੈਂ ਗੁੱਸੇ ਵਿੱਚ ਉਸ ਨੂੰ ਪੁੱਛਣ ਲੱਗੀ ਕਿ ਇੱਥੇ ਰਾਵੀ ਦੇ ਕਮਰੇ ਵਿੱਚ ਕੀ ਕਰ ਰਹੀ ਆਂ? ਇਹ ਧੂੰਆਂ ਕਿਸ ਚੀਜ਼ ਦਾ? ਮੇਰੀ ਗੱਲ ਸੁਣ ਕੇ ਉਹ ਸਾਫ਼ ਮੁੱਕਰ ਗਈ ਪਰ ਮੈਨੂੰ ਪਤਾ ਲੱਗ ਗਿਆ ਸੀ ਕਿ ਰਾਵੀ ਦੀ ਇਸ ਹਾਲਤ ਦੇ ਪਿੱਛੇ ਕੋਮਲ ਹੀ ਆ। ਮੇਰੀ ਆਵਾਜ਼ ਸੁਣ ਕੇ ਜੋਤ ਅਤੇ ਮੇਰਾ ਪਤੀ ਉੱਥੇ ਆ ਗਏ। ਆਉਂਦੇ ਹੀ ਜੋਤ ਨੇ ਕਮਰੇ ਦੀਆਂ ਖਿੜਕੀਆਂ ਖੋਲ੍ਹੀਆਂ ਤਾਂ ਜੋ ਧੂੰਆਂ ਬਾਹਰ ਨਿਕਲ ਸਕੇ। ਮੈਂ ਕਿਹਾ, ਸੱਚ ਦੱਸ ਕੋਮਲ, ਨਹੀਂ ਇਸੇ ਵੇਲੇ ਤੈਨੂੰ ਘਰੋਂ ਕੱਢ ਦਿਉਂ। ਕੀ ਕੀਤਾ ਹੈ ਤੂੰ ਰਾਵੀ ਦੇ ਨਾਲ? ਜੋਤ ਅਤੇ ਉਸਦੇ ਪਾਪਾ ਹੈਰਾਨ ਸਨ। ਉਹ ਮੈਨੂੰ ਕਹਿਣ ਲੱਗੇ, ਕੀ ਹੋ ਗਿਆ? ਉਹ ਅਜਿਹਾ ਕਿਉਂ ਕਰੇਗੀ? ਮੈਂ ਉਹਨਾਂ ਨੂੰ ਚੁੱਪ ਕਰਵਾ ਦਿੱਤਾ ਅਤੇ ਕਿਹਾ, ਸੱਚ ਦੱਸ ਨਹੀਂ ਤਾਂ ਤੇਰੇ ਮਾਂ-ਬਾਪ ਨੂੰ ਤੇਰੀ ਕਰਤੂਤ ਦੱਸਾਂਗੀ। ਇਹ ਸੁਣਦੇ ਹੀ ਕੋਮਲ ਕਹਿਣ ਲੱਗੀ, ਰਾਵੀ ਦੀ ਇਹ ਹਾਲਤ ਦੀ ਜ਼ਿੰਮੇਵਾਰ ਮੈਂ ਹੀ ਹਾਂ। ਮੈਂ ਰਾਵੀ ਦੀ ਖੂਬਸੂਰਤੀ ਤੋਂ ਜਲਦੀ ਸੀ ਅਤੇ ਇਹ ਨਹੀਂ ਤੁਸੀਂ ਸਾਰੇ ਰਾਵੀ ਰਾਵੀ ਕਰਦੇ ਰਹਿੰਦੇ ਸੀ ਜੋ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ। ਮੈਂ ਲੰਬੜਦਾਰਾਂ ਦੇ ਮੁੰਡੇ ਨੂੰ ਜਾਣਦੀ ਸੀ ਜਿਸ ਨਾਲ ਮੈਂ ਮਿਲ ਕੇ ਇਹ ਸਾਰਾ ਕੁਕਰਮ ਕੀਤਾ। ਰਾਤ ਨੂੰ ਧੂਏ ਦੇ ਵਿੱਚ ਬੇਹੋਸ਼ੀ ਦੀ ਦਵਾਈ ਪਾ ਕੇ ਧੂੰਆਂ ਕਰਦੀ ਸੀ ਤਾਂ ਉਹ ਬੇਹੋਸ਼ ਹੋ ਸਕੇ। ਇਹ ਸਭ ਸੁਣ ਕੇ ਜੋਤ ਨੇ ਆਪਣੀ ਪਤਨੀ ਦੇ 4-5 ਥੱਪੜ ਮਾਰ ਦਿੱਤੇ ਤੇ ਫੌਰਨ ਉਸ ਨੂੰ ਘਰੋਂ ਕੱਢ ਦਿੱਤਾ। ਗੁੱਸੇ ਅਤੇ ਸਾੜੇ ਦੀ ਅੱਗ ਵਿੱਚ ਉਸਨੇ ਮੇਰੀ ਮਾਸੂਮ ਬੱਚੀ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਸੀ।